ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀਓ। ਸਾਚੀ ਲਿਵੇ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਜੋਂ। ਕਿਆ ਕਰੇ ਵਿਚਾਰਿਆ, ਤੁਧ ਬਾਜ ਸਮਰਥ ਕੋ ਨਹੀਂ। ਕਿਰਪਾ ਕਰ ਬਨਵਾਰਿਆ, ਏਸ ਨਾਉ ਹੋਰ ਥਾਉ ਨਾਹੀ। ਸ਼ਬਦ ਲਾਗ ਸਵਾਰਿਆ, ਕਹੇ ਨਾਨਕ ਲਿਵੈ ਬਾਝੋਂ। ਕਿਆ ਕਰੇ ਵਿਚਾਰਿਆ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਮੁਜੱਸਮ ਹੈ ਗਿਆਨ। ਸਾਰੀ ਮਨੁੱਖਤਾ ਦੇ ਸਾਂਝੇ ਉਪਦੇਸ਼ਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਤਸੰਗੀ ਜਨੋ, ਬੜੇ ਹੀ ਵੱਡੇ ਭਾਗ ਨੇ ਜੋ ਗੁਰੂ ਬਾਬਾ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਅਸੀਂ ਨਿੱਤਾ ਪ੍ਰਤੀ ਦੀਵਾਨਾਂ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦੂ ਤੋਂ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ ਜੀ ਦੇ ਨਾਲ ਸਾਂਝ ਪਾਈ ਦੀ ਹੈ। ਆਪ ਜੀ ਨੇ ਪਾਵਨ ਪੌੜੀ ਜੋ ਕਿ ਸਰਵਣ ਕੀਤੀ ਹੈ, ਇਹਦੇ ਵਿੱਚ ਮੇਰੇ ਪਾਤਸ਼ਾਹ ਮਹਾਰਾਜ ਜੀ ਜੋ ਬਖਸ਼ਿਸ਼ ਰਹਿਮਤ ਕਰਦੇ ਨੇ, ਇਹਦੇ ਤੇ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਦੇ ਚਰਨਾਂ ਦੇ ਵਿੱਚ ਲਵਾਈਏ ਹਾਜ਼ਰੀ। ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਅਸੀਂ ਗੁਰਬਾਣੀ ਪੜ੍ਹੀ ਦੀ ਹੈ, ਗੁਰਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਇਨਸਾਨੀ ਜੀਵਨ ਨੂੰ ਸਮਝਾਉਣ ਵਾਸਤੇ ਬੇਅੰਤ ਉਦਾਹਰਣਾਂ, ਬੇਅੰਤ ਤਰੀਕੇ ਦੱਸੇ ਤੇ ਗੁਰਬਾਣੀ ਦੇ ਆਧਾਰ ਦੇ ਉੱਪਰ ਸਮਝਾਇਆ ਇਨਸਾਨ ਨੂੰ ਹੈ, ਪਰ ਉਦਾਹਰਣਾਂ ਪਸ਼ੂਆਂ ਦੀਆਂ, ਪੰਛੀਆਂ ਦੀ ਦਿੱਤੀਆਂ ਨੇ। ਸਮਝਾਇਆ ਇਨਸਾਨ ਨੂੰ ਹੈ ਤੇ ਉਦਾਹਰਣ ਪਸ਼ੂਆਂ ਦੀ। ਜਿਵੇਂ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ, ਏਕ ਸਵਾਨ ਦੋਏ ਸਵਾਨੀ ਨਾਲ ਭਲ ਕੇ ਭੌਂਕੇ ਸਦਾ ਬਿਆ। ਸਮਝਾਇਆ ਇਨਸਾਨ ਨੂੰ ਕਿ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਮੇਰੇ ਅੰਦਰ ਇੱਕ ਸਵਾਨ ਲੋਭ ਹੈ, ਦੋਏ ਸਵਾਨੀ ਨਾਲ ਆਸਾ ਤੇ ਤ੍ਰਿਸ਼ਨਾ ਮੇਰੇ ਨਾਲ ਹੈ। ਹੁਣ ਜਦੋਂ ਇਹ ਚੀਜ਼ ਅਸੀਂ ਆਪਣੇ ਜੀਵਨ ਦੇ ਅੰਦਰ ਝਾਤੀ ਮਾਰੀ ਦੀ ਹੈ ਤੇ ਦੇਖਦੇ ਹੋਏ ਇਹ ਗੱਲ ਸਪਸ਼ਟ ਹੈ ਕਿ ਸਮਝਾਇਆ ਇਨਸਾਨੀ ਜੀਵਨ ਨੂੰ ਹੈ ਤੇ ਉਦਾਹਰਣਾਂ ਬਾਹਰ ਦੇ ਦਿੱਤੀਆਂ। ਠੀਕ ਇਵੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਬਖਸ਼ਿਸ਼ ਰਹਿਮਤ ਕੀਤੀ ਅੱਜ ਦੀ ਪਾਵਨ ਪੌੜੀ ਦੇ ਵਿੱਚ, ਸਾਹਿਬ ਨੇ ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋ। ਕਿਆ ਕਰੇ ਵਿਚਾਰੀਆ। ਹੁਣ ਦੇਖੋ ਸ਼ਬਦ ਸਮਝਣਾ, ਇੱਕ ਸ਼ਬਦ ਆਇਆ ਹੈ ਲਿਵ, ਦੂਸਰਾ ਆਇਆ ਹੈ ਵਿਚਾਰੀਆ। ਦੋ ਚੀਜ਼ਾਂ ਦਾ ਮੇਲ ਹੈ। ਵਿਚਾਰਾ ਕਿਹਨੂੰ ਕਿਹਾ ਜਾਂਦਾ ਹੈ? ਪਹਿਲਾਂ ਤਾਂ ਇਹ ਸਮਝੀਏ ਅਸੀਂ, ਵਿਚਾਰੇ ਦਾ ਮਤਲਬ ਹੁੰਦਾ ਹੈ ਗਰੀਬੜਾ, ਜਿਹਦਾ ਕਿਸੇ ਵੀ ਜਗ੍ਹਾ ਦੇ ਉੱਪਰ ਜ਼ੋਰ ਤਾਕਤ ਨਹੀਂ ਚੱਲਦੀ,
ਜਿਹਦੇ ਪੱਲੇ ਕੁਝ ਵੀ ਨਾ ਹੋਵੇ ਤੇ ਅਸੀਂ ਸ਼ਬਦ ਵਰਤ ਲਈਦਾ ਉਹਦੇ ਵਾਸਤੇ ਕਿ ਇਹ ਵਿਚਾਰਾ ਹੈ। ਇਹ ਵਿਚਾਰਾ ਇਸ ਕਰਕੇ ਕਹਿ ਦਿੱਤਾ ਕਿ ਇਹਦੇ ਕੋਲ ਕੁਝ ਵੀ ਨਹੀਂ। ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਸਰੀਰ ਨੂੰ ਵਿਚਾਰਾ ਕਹਿ ਰਹੇ ਨੇ, ਤੇ ਸਰੀਰ ਨੂੰ ਵਿਚਾਰਾ ਕਹਿਣ ਦਾ ਕਾਰਨ ਕੀ ਹੈ? ਸਭ ਤੋਂ ਪਹਿਲਾਂ ਤੇ ਇਹ ਚੀਜ਼ ਜਦੋਂ ਸਾਨੂੰ ਸਮਝ ਆਵੇਗੀ ਫਿਰ ਅਸੀਂ ਅੱਗੇ ਗੁਰਬਾਣੀ ਨੂੰ ਸਮਝਾਂਗੇ। ਅੱਜ ਦੇ ਸਮਾਜ ਦੇ ਵਿੱਚ ਜਿਹਦੇ ਕੋਲ ਫਾਈਨੈਂਸ਼ੀਅਲੀ ਤੌਰ ਦੇ ਉੱਪਰ ਮਜ਼ਬੂਤ ਨਾ ਹੋਵੇ ਨਾ, ਉਹਦੇ ਵਸਤਰ ਵੀ ਪਹਿਰਾਵਾ ਵੀ ਆਮ ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕਾਂ ਦੇ ਬਰਾਬਰ ਨਾ ਹੋਵੇ, ਤੇ ਅਸੀਂ ਉਹਦਾ ਪਹਿਰਾਵਾ ਦੇਖ ਕੇ ਉਹਦੇ ਤੌਰ ਤਰੀਕੇ ਦੇਖ ਕੇ ਤੇ ਕਹਿ ਦਿੰਦਾ ਕਿ ਬਈ ਇਹ ਵਿਚਾਰਾ, ਇਹਦੇ ਕੋਲ ਕੁਝ ਵੀ ਨਹੀਂ। ਕਿਸੇ ਨੂੰ ਵਿਚਾਰਾ ਤਾਂ ਅਸੀਂ ਉਹਦੇ ਲਿਬਾਸ ਤੋਂ, ਉਹਦੇ ਪਹਿਰਾਵੇ ਤੋਂ, ਉਹਦੇ ਬਹਿਣ ਖਲੋਣ ਤੋਂ ਦੱਸ ਦਈਦਾ ਹੈ। ਹੁਣ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ, ਸਾਹਿਬ ਕਹਿੰਦੇ ਨੇ ਕਿ ਇਹ ਸਰੀਰ ਵੀ ਵਿਚਾਰੀ ਹੈ। ਵਿਚਾਰੇ ਦਾ ਮਤਲਬ ਹੈ ਇਹਦੇ ਕੋਲ ਵੀ ਕੁਝ ਨਹੀਂ ਹੈ। ਹੁਣ ਕਿਹੜੀ ਚੀਜ਼ ਨਹੀਂ ਹੈ? ਸਾਡੇ ਸੱਚ ਦੇ ਅੰਦਰ ਇਹ ਸਰੀਰ ਸੀ ਜਿਹੜਾ ਸੱਚ ਦੇ ਨਾਲ ਇਹਦੀ ਲਿਵ ਜੁੜਨੀ ਸੀ, ਸੱਚ ਇਹਦੇ ਪੱਲੇ ਨਹੀਂ ਹੈ, ਇਸ ਕਰਕੇ ਇਸ ਸਰੀਰ ਨੂੰ ਵਿਚਾਰਾ ਕਹਿ ਦਿੱਤਾ ਹੈ। ਜਿਹਦੇ ਕੋਲ ਫਾਈਨੈਂਸ਼ੀਅਲੀ ਤੌਰ ਦੇ ਉੱਪਰ ਕੁਝ ਵੀ ਨਹੀਂ, ਅਸੀਂ ਉਹਨੂੰ ਵਿਚਾਰਾ ਕਹਿੰਦਾ ਹੈ। ਤੇ ਸਰੀਰ ਨੂੰ ਵਿਚਾਰਾ ਇਸ ਕਰਕੇ ਕਿਹਾ ਕਿਉਂਕਿ ਇਸ ਸਰੀਰ ਦੇ ਕੋਲ ਸੱਚ ਨਹੀਂ ਹੈ। ਸੱਚ ਲੇਵੇ ਬਿਨ ਦੇਹ ਨਿਮਾਣੀ, ਕਿ ਸੱਚ ਨਹੀਂ ਹੈ ਇਹਦੇ ਪੱਲੇ। ਇਸ ਕਰਕੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣਾ ਪੈ ਗਿਆ ਕਿ ਇਹ ਦੇਹ ਜਿਹੜੀ ਹੈ, ਇਹ ਸਰੀਰ ਜਿਹੜਾ ਹੈ, ਇਹ ਵਿਚਾਰਾ ਹੈ। ਤੇ ਜਦੋਂ ਅਸੀਂ ਗੁਰੂ ਬਾਬਾ ਜੀ ਦੀ ਬਾਣੀ ਪੜ੍ਹੀ ਦੀ ਹੈ ਨਾ, ਗੁਰੂ ਬਾਬਾ ਜੀ ਨੇ ਬਾਣੀ ਦੇ ਵਿੱਚ ਬਖਸ਼ਿਸ਼ ਰਹਿਮਤ ਕੀਤੀ ਤੇ ਮਨੁੱਖਾ ਜੀਵਨ ਨੂੰ ਸਮਝਾਇਆ ਕਿ ਇਹ ਮਨੁੱਖਾ ਜੀਵਨ ਦੇ ਵਿੱਚ ਵਿਚਰਨ ਵਾਲੇ ਗੁਰੂ ਕੇ ਪਿਆਰ ਵਾਲੇ ਗੁਰਸਿੱਖਾ, ਇਹ ਗੱਲ ਆਪਣੇ ਹਿਰਦੇ ਦੇ ਵਿੱਚ ਝਾਤੀ ਮਾਰ ਕੇ ਤੇ ਕਿ ਇਹ ਮਨੁੱਖਾ ਜੀਵਨ ਜਿਹੜਾ ਮਿਲਿਆ ਇਹ ਇੱਕ ਵਾਰੀ ਮਿਲਿਆ ਹੈ, ਜਿਹਦੇ ਬਾਰੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਪ੍ਰਾਪਤ ਮਾਨੁਖ ਦੇਹੁਰੀਆ ਕਿ ਇਹ ਮਨੁੱਖਾ ਜੀਵਨ ਮਿਲਿਆ। ਪਰ ਸਵਾਲ ਹੈ ਕਿ ਇਸ ਮਨੁੱਖਾ ਜੀਵਨ ਦਾ ਕਰਨਾ ਕੀ ਹੈ? ਕਿ ਇਹ ਮਨੁੱਖਾ ਜੀਵਨ ਸਿਰਫ ਖਾਣ ਪੀਣ ਤੇ ਹੰਡਾਉਣ ਤੱਕ ਸੀਮਤ ਹੈ? ਇਹ ਮਨੁੱਖਾ ਜੀਵਨ ਦੇ ਵਿੱਚ ਕਿ ਅਸੀਂ ਆਪਣੇ ਸਰੀਰ ਦੀ ਉਹ ਸਾਰੀਆਂ ਹੀ ਲੋੜਾਂ ਪੂਰ ਕਰਨ ਵਾਸਤੇ ਆਏ? ਸਾਹਿਬ ਕਹਿੰਦੇ ਨਹੀਂ ਭਲਿਆ। ਕਿਤੇ ਗੁਰੂ ਨੂੰ ਪੁੱਛ ਕੇ ਦੇਖਿਆ ਹੋਵੇ ਕਿ ਪਾਤਸ਼ਾਹ ਮਹਾਰਾਜ ਜੀ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਕਿਸ ਕਰਕੇ? ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਇਹ ਜ਼ਿਕਰ ਕਰਦੇ, ਸਾਹਿਬ ਕਹਿੰਦੇ ਭਾਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਇਹ ਮਨੁੱਖਾ ਜੀਵਨ ਮਿਲਿਆ ਸੀ ਪਰਮਾਤਮਾ ਨੂੰ ਮਿਲਣ ਵਾਸਤੇ, ਤੇ ਜਦੋਂ ਇਸ ਮਨੁੱਖਾ ਜੀਵਨ ਪਰਮਾਤਮਾ ਦੇ ਨਾਲ ਨਹੀਂ ਮਿਲਿਆ ਤੇ ਸਾਹਿਬ ਨੇ ਕਹਿ ਦਿੱਤਾ ਕਿ ਵੀ ਇਹ ਵਿਚਾਰੀ ਹੈ, ਇਹ ਸਰੀਰ ਵਿਚਾਰਾ। ਕਿਉਂ? ਕਿਉਂਕਿ ਇਹਦੀ ਲਿਵ ਜੁੜਨੀ ਸੀ ਪਰਮਾਤਮਾ ਦੇ ਨਾਲ, ਤੇ ਪਰਮਾਤਮਾ ਦੇ ਨਾਲ ਜਦੋਂ ਲਿਵ ਨਹੀਂ ਜੁੜੀ ਤੇ ਸਾਹਿਬ ਨੇ ਸਾਚੀ ਲਿਵੇ ਬਿਨ ਦੇਹ ਨਿਮਾਣੀ। ਭਾਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੇ ਬਰੀ। ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ। ਕਹਿੰਦੇ ਕਿ ਇਹ ਮਨੁੱਖਾ ਜੀਵਨ ਮਿਲਿਆ ਸੀ, ਇਹ ਅਸੀਂ ਸੰਗਤ ਦੇ ਵਿੱਚ ਬੈਠ ਕੇ ਉਹ ਗੁਰੂ ਦੇ ਨਾਲ ਇੱਕਮਿਕ ਹੋਣ ਵਾਸਤੇ, ਗੁਰੂ ਦੇ ਗਿਆਨ ਦੇ ਨਾਲ ਇੱਕਮਿਕ ਹੋਣ ਵਾਸਤੇ। ਪਰ ਹੋਇਆ ਕਿ ਕਹਿੰਦੇ ਅਵਰ ਕਾਜ। ਹੁਣ ਥੋੜਾ ਜਿਹਾ ਇੱਥੇ ਰੁਕਿਓ ਗੁਰੂ ਪਿਆਰ ਵਾਲਿਓ, ਅਵਰ ਕਾਜ ਕਿਹੜੇ ਨੇ? ਜਦੋਂ ਸਾਨੂੰ ਇਹ ਸਮਝ ਆ ਜਾਵੇ ਨਾ ਕਿ ਅਵਰ ਕਾਜ ਕਿਹੜੇ ਨੇ, ਅਵਰ ਕਾਜ ਦਾ ਮਤਲਬ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ 'ਚ ਦੱਸਿਆ ਕਿ ਉਹ ਕੰਮ ਜਿਨ੍ਹਾਂ ਕੰਮਾਂ ਦੇ ਕਰਕੇ ਪਰਮਾਤਮਾ ਤੋਂ ਦੂਰ ਹੋਇਆ ਜਾਂਦਾ ਹੈ, ਜਿਨ੍ਹਾਂ ਕੰਮਾਂ ਦੇ ਕਰਕੇ ਪਰਮਾਤਮਾ ਤੇ ਮੇਰੇ ਵਿੱਚ ਫਰਕ ਪੈ ਜਾਂਦਾ ਹੈ। ਸਾਹਿਬ ਕਹਿੰਦੇ ਨੇ ਕਿ ਅਵਰ ਕਾਜ। ਹੁਣ ਅਵਰ ਕਾਜ ਕਿਹੜੇ ਨੇ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛ ਕੇ ਦੇਖੀ, ਕਿਤੇ ਕਾਸ਼ ਕਿਤੇ ਸਾਡੀ ਕੌਮ ਨੇ ਬਾਣੀ ਪੜ੍ਹੀ ਹੋਵੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਿਸਤਾਰ ਤੇ ਦੱਸਦੇ ਨੇ, ਕਹਿੰਦੇ ਨੇ ਕਿ ਕਿਹੜੇ ਕੰਮ ਨੇ ਜਿਨ੍ਹਾਂ ਕੰਮਾਂ ਦੇ ਕਰਕੇ ਪਰਮਾਤਮਾ ਤੋਂ ਦੂਰ ਹੋਇਆ ਜਾ ਰਿਹਾ ਹੈ। ਸਾਹਿਬ ਕਹਿੰਦੇ ਲੱਭ ਕੁੱਤਾ, ਕੂੜ ਚੂੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ, ਮੁਖ ਸੁਦੀ ਅਗਨ ਕਰੋਧ ਚੰਡਾਲ। ਕਹਿੰਦੇ ਰਸਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾ। ਕਹਿੰਦੇ ਅਵਰ ਕਾਜ ਕਿ ਮੇਰੇ ਇਹ ਕਰਮ ਨੇ। ਕਿਹੜੇ ਕਰਮ ਨੇ? ਸਾਹਿਬ ਕਹਿੰਦੇ ਨੇ ਲੱਭ ਕੁੱਤਾ, ਮੇਰੇ ਅੰਦਰ ਲੋਭ ਰੂਪੀ ਇੱਕ ਸਵਾਨ ਹੈ, ਕੂਕਰ ਹੈ,
ਤੇ ਜਦੋਂ ਵੀ ਸਾਡੇ ਮਨ ਦੇ ਵਿੱਚ ਲੋਭ ਲਾਲਚ ਆ ਜਾਵੇ ਤੇ ਉਸ ਵਕਤ ਇਹ ਪੰਕਤੀ ਜ਼ਰੂਰ ਚੇਤੇ ਕਰ ਲਿਓ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਲੋਭੀ ਇਨਸਾਨ ਨੂੰ ਕੀ ਕਿਹਾ ਹੈ। ਕਹਿੰਦੇ ਲੱਭ ਕੁੱਤਾ ਕੂੜ ਚੂੜ, ਕਿ ਮੈਂ ਆਪਣੀ ਜ਼ੁਬਾਨ ਤੋਂ ਹਮੇਸ਼ਾ ਹੀ ਕੂੜ ਬੋਲਦਾ। ਕਹਿੰਦੇ ਠੱਗ ਖਾਦਾ ਮੁਰਦਾਰ, ਦੇਖੋ ਕਿੱਡੀ ਵੱਡੀ ਬਖਸ਼ਿਸ਼ ਰਹਿਮਤ ਕੀਤੀ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ। ਕਹਿੰਦੇ ਨੇ ਕਿ ਠੱਗ ਖਾਦਾ ਮੁਰਦਾਰ, ਜੇ ਅਸੀਂ ਕਿਸੇ ਦੇ ਨਾਲ ਬੇਈਮਾਨੀ, ਕਿਸੇ ਦੇ ਨਾਲ ਠੱਗੀ ਕਰ ਰਹੇ ਹਾਂ, ਇੱਕ ਮੁਰਦਾ ਖਾਣ ਦੇ ਸਮਾਨ ਹੈ। ਤੇ ਹੁਣ ਜਦੋਂ ਮੁਰਦਾ ਖਾਣ ਦੇ ਸਮਾਨ ਗੁਰੂ ਬਾਬਾ ਜੀ ਨੇ ਕਹਿੰਦਾ, ਕਹਿੰਦੇ ਕਿ ਠੱਗ ਖਾਦਾ ਮੁਰਦਾਰ, ਕਹਿੰਦੇ ਪਰ ਨਿੰਦਾ ਪਰ ਮਲ ਮੁਖ ਸਦੀ ਅਗਨ ਕ੍ਰੋਧ ਚੰਡਾ। ਕਹਿੰਦੇ ਰਸ ਕਸ ਆਪ ਸਲਾਹ, ਹੇ ਵਾਹਿਗੁਰੂ ਜੀ ਮੈਂ ਆਪਣੀ ਹੀ ਵਡਿਆਈ ਹਮੇਸ਼ਾ ਚਾਹੁੰਦਾ, ਮੈਨੂੰ ਆਪਣੀ ਹੀ ਵਡਿਆਈ ਚਾਹੀਦੀ ਹੈ, ਮੈਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਹੈ, ਮੈਨੂੰ ਤਾਂ ਸਿਰਫ ਆਪਣੀ ਵਡਿਆਈ ਚਾਹੀਦੀ ਹੈ। ਲੋਕ ਕਹਿਣ ਕਿ ਇਹ ਬਹੁਤ ਵੱਡਾ ਦਾਨੀ, ਬਹੁਤ ਵੱਡਾ ਪੁੰਨ ਕਰਨ ਵਾਲਾ ਹੈ। ਦੇਖੋ ਕਿੱਡੀ ਵੱਡੀ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਰਹਿਮਤ ਕਰਦੇ ਹੋਏ ਸਿੱਖ ਨੂੰ ਸਮਝਾਇਆ ਕਿ ਦੱਦਾ ਦਾਤਾ ਇੱਕ ਹੈ, ਕਿ ਉਹ ਪਰਮਾਤਮਾ ਦਾਤਾ ਦੇਣ ਵਾਲਾ। ਫਿਰ ਅਸੀਂ ਆਪਣੀ ਵਡਿਆਈ ਕਿਉਂ ਕਰੀਏ, ਕਿਸ ਗੱਲ ਦੀ ਅਸੀਂ ਆਪਣੀ ਵਡਿਆਈ ਮੰਗੀਏ। ਪਰ ਦੁਖਾਂਤ ਤਾਂ ਸਭ ਤੋਂ ਵੱਡਾ ਇਹ ਹੈ ਕਿ ਆਪ ਜੀ ਕਿਸੇ ਵੀ ਧਰਮ ਸਥਾਨ ਤੇ ਜਾ ਕੇ ਦੇਖਿਓ, ਪੰਜਾਬ ਦੀ ਧਰਤੀ ਦੇ ਉੱਪਰ ਜੇ ਕਿਸੇ ਨੇ 4 ਦਮੜਿਆਂ ਦੀ ਸੇਵਾ ਕੀਤੀ ਹੈ, ਉਹਨੇ ਉੱਥੋਂ ਦੀ ਪ੍ਰਬੰਧਕ ਕਮੇਟੀ ਨੂੰ, ਉੱਥੋਂ ਦੇ ਜਿਹੜੇ ਚਲਾਉਣ ਵਾਲੇ ਗੁਰਦੁਆਰੇ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਕਹੀ ਕਿ ਮੇਰੇ ਨਾਮ ਦੀ ਬੋਰਡ, ਮੇਰੇ ਨਾਮ ਦੀ ਤਖਤੀ ਬਣਾ ਕੇ ਜ਼ਰੂਰ ਲਾਏ। ਕਿਉਂ? ਕਿਉਂਕਿ ਮੈਂ ਆਪਣੀ ਵਡਿਆਈ ਚਾਹੁੰਦਾ। ਤੇ ਸੱਚ ਗੁਰੂ ਪਿਆਰ ਵਾਲੇ ਇੱਥੋਂ ਤੱਕ ਵੀ ਦੇਖ ਲਿਓ ਕਿ ਅਸੀਂ ਆਪਣੀ ਵਡਿਆਈ ਇੰਨੀ ਕੁ ਚਾਹੁੰਦੇ ਆ ਕਿ ਜੇ ਕਿਤੇ ਅਰਦਾਸ ਦੇ ਵਿੱਚ ਭਾਈ ਸਾਹਿਬ ਜੀ ਨੇ ਨਾਮ ਹੀ ਨਹੀਂ ਲੈ ਪਾਇਆ ਅਰਦਾਸ ਦੇ ਵਿੱਚ, ਤੇ ਭਾਈ ਸਾਹਿਬ ਨੂੰ ਹੁਕਮਨਾਮਾ ਤੱਕ ਨਹੀਂ ਲੈਣ ਦਿੱਤਾ ਜਾਂਦਾ, ਉਸੇ ਵੇਲੇ ਕਹਿੰਦੇ ਭਾਈ ਸਾਹਿਬ ਤੁਸੀਂ ਮੇਰਾ ਨਾਮ ਕਿਉਂ ਨਹੀਂ ਬੋਲਿਆ। ਇੱਕ ਬੰਨੇ ਅਸੀਂ ਗੁਰੂ ਦੀ ਬਾਣੀ ਇਹ ਗੱਲ ਕੀਤੀ ਹੈ ਕਿ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ, ਕਿਸ ਆਗੇ ਕਰੇ ਕਿ ਕਿਹਦੀ ਅੱਗੇ ਅਸੀਂ ਅਰਦਾਸ ਕਰੀ, ਉਹ ਤਾਂ ਸਭ ਕੁਝ ਜਾਣਦਾ। ਪਰ ਅਸੀਂ ਆਪਣੀ ਵਡਿਆਈ, ਆਪਣੀ ਹਉਮੈ, ਆਪਣੇ ਹੰਕਾਰ ਨੂੰ ਉੱਚਾ ਚੁੱਕਣ ਵਾਸਤੇ ਅਸੀਂ ਧਾਰਮਿਕ ਅਸਥਾਨਾਂ ਦੀ, ਧਾਰਮਿਕ ਬੰਦਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਕਿ ਬਈ ਕਿਸੇ ਵੀ ਤਰੀਕੇ ਦੇ ਨਾਲ ਮੇਰੀ ਵਡਿਆਈ ਹੋ ਜਾਵੇ। ਸਾਹਿਬ ਇਹੀ ਜ਼ਿਕਰ ਕਰਦੇ, ਕਹਿੰਦੇ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਿੱਖ ਨੂੰ ਸਮਝਾਉਂਦੇ ਨੇ ਕਿ ਸਿੱਖਾ ਇਹ ਕਰਮ ਨੇ, ਜਿਨ੍ਹਾਂ ਕਰਮਾਂ ਦੇ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹੋਈਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਪੜੋ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹ ਜ਼ਿਕਰ ਕਰਦੇ ਨੇ, ਸਾਹਿਬ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗਿਆ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੋ ਰਹੀ ਆ, ਕਿ ਇਹ ਮਨੁੱਖਾ ਜੀਵਨ ਮਿਲਿਆ ਹੈ ਪਰਮਾਤਮਾ ਨੂੰ ਮਿਲਣ ਵਾਸਤੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗਿਆ। ਹੁਣ ਕਿਸ ਕਰਕੇ ਆਏ ਸਕਦੇ? ਜਿਸ ਜਲ ਨਿਧ ਕਾਰਨ ਤੁਮ ਜਗਿਆ ਸੋ ਅੰਮ੍ਰਿਤ ਗੁਰ ਪਾਹੀ ਜੀਓ, ਕਿ ਉਹ ਗੁਰੂ ਤੋਂ ਅੰਮ੍ਰਿਤ ਪਾਉਣ ਵਾਸਤੇ, ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਅਸੀਂ ਇਸ ਸੰਸਾਰ ਦੇ ਵਿੱਚ ਆਏ। ਹੁਣ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਛੋਟੂ, ਕਹਿੰਦੇ ਕਿ ਭਲਿਆ ਇਨਸਾਨਾ ਇਸ ਕਾਇਨਾਤ ਦੇ ਵਿੱਚ ਤੂੰ ਆ ਚੁੱਕਿਆ ਹੈ, ਮਨੁੱਖਾ ਜੀਵਨ ਤੈਨੂੰ ਮਿਲ ਚੁੱਕਿਆ, ਪਰ ਇਸ ਮਨੁੱਖਾ ਜੀਵਨ ਦੇ ਵਿੱਚ ਕਿਹੜੇ ਕਰਮ ਕਰਨੇ ਨੇ ਤੇ ਕਿਹੜੇ ਕਰਮ ਨਹੀਂ ਕਰਨੇ, ਇਹ ਵੀ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਸਮਝਾ ਦਿੱਤਾ ਹੈ। ਸਾਹਿਬ ਕਹਿੰਦੇ ਛੋਟੂ। ਹੁਣ ਪਾਤਸ਼ਾਹ ਨੇ ਪੁੱਛ ਕੇ ਦੇਖੀ ਪਾਤਸ਼ਾਹ ਕਿਹੜੀ ਚੀਜ਼ ਛੱਡ ਦਈਏ, ਅਸੀਂ ਤੁਹਾਡੇ ਦਰ ਦੇ ਉੱਪਰ ਆਏ ਹਾਂ, ਕਿਹੜੀ ਚੀਜ਼ ਅਸੀਂ ਛੱਡ ਕੇ ਚਲੇ ਜਾਈਏ। ਪਰ ਦੁਖਾਂਤ ਤਾਂ ਇਹ ਹੈ ਕਿ ਅਸੀਂ ਤਾਂ ਗੁਰੂ ਦੇ ਕੋਲ ਕਦੀ ਪੁੱਛਿਆ ਨਹੀਂ ਕਿ ਕਿਹੜੀ ਚੀਜ਼ ਛੱਡ ਕੇ ਜਾਈਏ। ਸਾਡੀਆਂ ਤਾਂ ਲਿਸਟਾਂ ਬਣੀਆਂ ਹੋਈਆਂ ਨੇ, ਅਸੀਂ ਗੁਰੂ ਦੇ ਕੋਲ ਮੰਗਣਾ ਕੀ ਹੈ, ਗੁਰੂ ਦੇ ਕੋਲ ਲੈਣਾ ਕੀ ਹੈ। ਤੇ ਸਾਹਿਬ ਨੇ ਛੋਟ ਹੋ ਕੇ ਭਲਿਆ ਗੁਰੂ ਕੇ ਪਿਆਰ ਵਾਲੇ ਗੁਰਸਿੱਖਾ ਤੂੰ ਆਇਆ ਕੁਝ ਛੱਡ ਜਾ ਇੱਥੇ ਗੁਰੂ ਦੇ ਕੋਲ। ਕਿਹੜੀ ਚੀਜ਼ ਹੈ? ਸਾਹਿਬ ਨੇ ਛੋਟੋ ਵੇਸ ਭੇਖ ਚਤੁਰਾਈ ਦੁਵਿਧਾ ਇਹ ਫਲ ਨਹੀਂ ਜੀਓ। ਕਹਿੰਦੇ ਕਿ ਇਹ ਤੇਰੇ ਫਲ ਜਿਹੜੇ ਨੇ ਜ਼ਿੰਦਗੀ ਦੇ ਵਿੱਚ ਤੈਨੂੰ ਨਹੀਂ ਮਿਲ ਸਕਦੇ, ਕਿਉਂਕਿ ਤੂੰ ਇਹਨਾਂ ਨੂੰ ਛੱਡ ਦੇ ਤਾਂ ਹੀ ਇਸ ਕਾਇਨਾਤ ਦੇ ਵਿੱਚ ਤੇਰਾ ਪਾਰ ਉਤਾਰਾ ਹੋਵੇਗਾ। ਕਬੀਰ ਸਾਹਿਬ ਜੀ ਨੇ ਬੜੀ ਸੋਹਣੀ ਬਖਸ਼ਿਸ਼ ਕੀਤੀ ਹੈ। ਕਬੀਰ ਸਾਹਿਬ ਜੀ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ
कबीर साहब जी देखो कितनी वड्डी बख्शिश करते हैं, गुरु अर्जन पातशाह महाराज जी बख्शिश करते हैं, गुरु नानक पातशाह महाराज जी बख्शिश करते हैं, गुरु अमरदास पातशाह महाराज जी बख्शिश करते हुए यही समझाते हैं, साची लेवे बिन देह निमाणी, कि ये शरीर परमात्मा की लिव तो बिना, परमात्मा की ज्ञान तो बिना निमाणी है, ये कोल कुछ भी नहीं है। ਤੇ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਉਂ ਇਸ ਸੰਸਾਰ ਦੇ ਵਿੱਚ ਤੂੰ ਭਲਿਆ ਆਇਆ, ਆਪਣੇ ਜੀਵਨ ਦੇ ਅੰਦਰ ਝਾਤੀ ਮਾਰ ਕੇ ਦੇਖ ਤੇਰਾ ਜੀਵਨ ਕਿੱਥੇ ਖੜਾ ਹੈ। ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਵੀ ਇਹ ਸਮਝਾਉਂਦੇ ਹੋਏ ਸਾਨੂੰ ਸਮਝਾ ਦਿੰਦੇ ਨੇ ਕਿ ਭਲਿਆ ਆਪਣੇ ਜੀਵਨ ਵੱਲ ਝਾਤੀ ਮਾਰ ਕੇ ਦੇਖੀਏ ਕਿ ਸਾਡਾ ਜੀਵਨ ਕਿੱਥੇ ਖੜਾ ਹੈ। ਆਪ ਜੀ ਗੁਰੂ ਸਾਹਿਬਾਨਾਂ ਦੇ ਵਿਚਾਰਧਾਰਾ ਦੇਖੋ। ਕਬੀਰ ਸਾਹਿਬ ਨੇ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੈ, ਬੌਹਰ ਨਾ ਲਾਗੇ ਡਰ। ਕਹਿੰਦੇ ਕਿ ਜਿਵੇਂ ਇੱਕ ਫਲ ਦਰਖਤ ਦੇ ਉੱਪਰ ਲੱਗਾ ਹੋਇਆ ਪੱਕ ਕੇ ਜ਼ਮੀਨ ਤੇ ਡਿੱਗ ਪਵੇ ਨਾ, ਦੁਨੀਆ ਦਾ ਕੋਈ ਵੀ ਇਨਸਾਨ ਆ ਜਾਵੇ ਉਸ ਫਲ ਨੂੰ ਫਿਰ ਦੁਬਾਰਾ ਦਰਖਤ ਦੇ ਨਾਲ ਨਹੀਂ ਜੋੜ ਸਕਦਾ। ਇਵੇਂ ਇਹ ਮਨੁੱਖਾ ਜੀਵਨ ਜਿਹੜਾ ਮਿਲਿਆ, ਜਦੋਂ ਇਹ ਇੱਕ ਵਾਰੀ ਹੱਥੋਂ ਨਿਕਲ ਗਿਆ ਨਾ, ਇਹ ਦੁਬਾਰਾ ਫਿਰ ਨਹੀਂ ਜੇ ਮਿਲਣਾ। ਭਲਿਓ ਇਸ ਮਨੁੱਖਾ ਜੀਵਨ ਦੇ ਵਿੱਚ ਹੀ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ। ਤੇ ਪਰਮਾਤਮਾ ਨੂੰ ਜਦੋਂ ਪਾਉਣ ਦੀ ਗੱਲ ਕਰੀਦੀ ਹੈ ਤੇ ਪਾਤਸ਼ਾਹ ਮਹਾਰਾਜ ਜੀ ਨੇ ਇਹੀ ਬਖਸ਼ਿਸ਼ ਰਹਿਮਤ ਕੀਤੀ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਜਦੋਂ ਇਨਸਾਨੀ ਜੀਵਨ ਵੱਲ ਦੇਖਦਾ, ਇਹ ਜੀਵਨ ਪੂਰਾ ਹੀ ਖਾਲੀ ਪਿਆ ਹੋਇਆ, ਸਾਚੀ ਲਵੇ ਬਿਨ ਦੇਹ ਨਿਮਾਣੀ, ਕਿ ਇਹ ਸਰੀਰ ਪਰਮਾਤਮਾ ਦੇ ਨਾਮ ਤੋਂ, ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾ ਨਿਮਾਣੀ ਹੈ। ਜੀ ਇਹਦੇ ਅੰਦਰ ਪਰਮਾਤਮਾ ਦਾ ਗਿਆਨ ਨਹੀਂ ਹੈ, ਪਰਮਾਤਮਾ ਦੀ ਸਮਝ ਨਹੀਂ ਹੈ, ਤੇ ਇਹ ਦੇਹ ਦੇ ਅੰਦਰ ਗੁਰੂ ਦੀ ਜੋਤ ਨਹੀਂ ਟਿਕ ਸਕਦੀ। ਸਾਹਿਬ ਇਹੀ ਬਚਨ ਕਰਦੇ ਹੋਏ ਸਾਨੂੰ ਸਮਝਾਉਂਦੇ, ਸਾਹਿਬ ਨੇ ਸਾਚੀ ਲੇਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲੇਵੇ ਬਾਜੋ, ਕਿਆ ਕਰੇ ਵਿਚਾਰਿਆ। ਕਹਿੰਦੇ ਕਿ ਕੀ ਕਰ ਸਕਦੇ ਆ ਜਦੋਂ ਇਸ ਸਰੀਰ ਦੇ ਇਹ ਮਨ ਦੀ ਅਵਸਥਾ ਗੁਰੂ ਦੀ ਚਰਨਾਂ ਦੇ ਨਾਲ ਹੀ ਨਹੀਂ ਜੁੜੀ, ਜਿਹਦੇ ਨਾਲ ਗੁਰੂ ਨਾਲ ਲਿਵ ਲੱਗਣੀ ਸੀ ਉਧਰ ਹੀ ਨਹੀਂ ਲੱਗੀ, ਤੇ ਫਿਰ ਇਸ ਸਰੀਰ ਦਾ ਸੰਸਾਰ ਦੇ ਵਿੱਚ ਆਉਣ ਦਾ ਵੀ ਕੀ ਫਾਇਦਾ ਹੈ। ਪਰ ਦੁਖਾਂਤ ਦੇਖੋ ਕਿੱਡਾ ਵੱਡਾ ਸਾਡੀ ਕੌਮ ਦਾ, ਸਾਡੀ ਸੁਰਤ, ਸਾਡੀ ਲਿਵ, ਸਾਡੀ ਮਨ ਦੀ ਭਾਵਨਾ ਜੁੜਨੀ ਚਾਹੀਦੀ ਸੀ ਗੁਰੂ ਦੇ ਨਾਲ, ਕਿ ਗੁਰੂ ਦੇ ਗਿਆਨ ਤੋਂ ਅਸੀਂ, ਗੁਰੂ ਦੀ ਬਖਸ਼ਿਸ਼ ਅਸੀਂ, ਗੁਰੂ ਤੋਂ ਉਹ ਸੋਝੀ ਲੈ ਕੇ ਸੰਸਾਰ ਦੇ ਉਹ ਸਾਰੇ ਹੀ ਕੰਮ ਕਰਨੇ ਸੀ ਜਿਨ੍ਹਾਂ ਦੇ ਵਿੱਚ ਕੌਮ ਦਾ ਭਲਾ ਹੋਣਾ ਸੀ, ਜਿਨ੍ਹਾਂ ਦੇ ਵਿੱਚ ਕੌਮ ਦੀ ਚੜ੍ਹਦੀ ਕਲਾ ਹੋਣੀ ਸੀ। ਪਰ ਦੁਖਾਂਤ ਹੀ ਸਭ ਤੋਂ ਵੱਡਾ ਇਹ ਹੈ ਕਿ ਸਾਡੀ ਲਿਵ ਗੁਰੂ ਦੀ ਨਾਲ ਜੁੜਨ ਦੀ ਬਜਾਏ ਸਾਡੀ ਲਿਵ ਕੁਝ ਪਦਾਰਥਾਂ ਤੱਕ ਸੀਮਤ ਰਹਿ ਗਈ, ਕੁਝ ਦਾਇਰੇ ਤੱਕ ਸੀਮਤ ਰਹੀ। ਜ਼ਮੀਨ ਅਸਮਾਨ ਦਾ ਫਰਕ ਪੈ ਚੁੱਕਿਆ ਹੈ ਗੁਰੂ ਦੀ ਸੋਚ ਦੇ ਵਿੱਚ ਤੇ ਸਾਡੀ ਸੋਚ ਦੇ ਵਿੱਚ। ਗੁਰੂ ਦੀ ਸੋਚ ਇਹ ਸੀ ਕਿ ਭਲਿਆ ਤੂੰ ਗੁਰੂ ਦੇ ਕੋਲ ਆਏ ਹੈ, ਗੁਰੂ ਦੀ ਬਾਤ ਸੁਣ, ਗੁਰੂ ਦਾ ਹੁਕਮ ਸੁਣ। ਪਰ ਸਾਡੀ ਸੋਚ ਸਿਰਫ ਗੁਰੂ ਦੇ ਕੋਲੋਂ ਗੁਰੂ ਦੀ ਬਖਸ਼ਿਸ਼ ਲੈਣ ਦੀ ਬਜਾਏ ਸਿਰਫ ਆਪਣੇ ਨਿੱਜੀ ਪਦਾਰਥਾਂ ਮੰਗਣ ਤੱਕ ਲਿਵ ਜੁੜੀ ਹੋਈ ਹੈ, ਜਿਹਦੇ ਬਾਰੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਸਾਹਿਬ ਕਹਿੰਦੇ ਕਿ ਲਿਵ ਉਦੋਂ ਜੁੜੇਗੀ ਜਦੋਂ ਅਸੀਂ ਗੁਰੂ ਦੇ ਦਰ ਦੇ ਉੱਪਰ ਨੱਥ ਮਸਤਕ ਹੋ ਕੇ ਇਹ ਗੱਲ ਕਵਾਂਗੇ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਜਾਂ ਗੁਰੂ ਦੇ ਕੋਲ ਆਣ ਕੇ ਅਸੀਂ ਇਹੀ ਬੇਨਤੀ ਕਰਾਂਗੇ, ਅਬ ਹਮ ਚਲੀ ਠਾਕੁਰ ਪੇ ਹਾ, ਜਬ ਹਮ ਸ਼ਰਨ ਪ੍ਰਭੂ ਕੀ ਆਏ, ਰਾਖ ਪ੍ਰਭੂ ਭਾਵੇਂ ਮਾਰ। ਕਹਿੰਦੇ ਕਿ ਮੈਂ ਤਾਂ ਹੁਣ ਗੁਰੂ ਦੀ ਮਾਰਗ ਦੇ ਉੱਪਰ, ਗੁਰੂ ਦੀ ਰਸਤੇ ਦੇ ਉੱਪਰ ਤੁਰ ਪਿਆ, ਹੁਣ ਮੈਨੂੰ ਦੁਨੀਆ ਦੀ ਪਰਵਾਹ ਨਹੀਂ ਹੈ। ਦੁਨੀਆ ਦੀ ਪਰਵਾਹ ਨਹੀਂ ਮੈਨੂੰ ਕਿ ਦੁਨੀਆ ਦੇ ਲੋਕ ਮੇਰੇ ਬਾਰੇ ਕੀ ਕਹਿਣਗੇ, ਕਿਉਂਕਿ ਮੈਂ ਗੁਰੂ ਦੀ ਗੱਲ ਨੂੰ ਸੁਣ ਕੇ ਹਿਰਦੇ ਦੇ ਵਿੱਚ ਵਸਾਉਣ ਲੱਗ ਪਿਆ। ਕਿ ਤਵਾਰੀਖ ਦੇ ਪੰਨੇ ਪੜ੍ਹ ਕੇ ਦੇਖੋ ਆਪ ਜੀ, ਜਦੋਂ ਤਵਾਰੀਖ ਦੇ ਪੰਨੇ ਪੜ੍ਹਦੇ, ਜਿਨ੍ਹਾਂ ਨੇ ਗੁਰੂ ਦੇ ਪ੍ਰਤੀ, ਗੁਰੂ ਵਾਸਤੇ, ਗੁਰੂ ਦੇ ਨਾਲ ਜਿਨ੍ਹਾਂ ਦੀ ਲਿਵ ਜੁੜੀ ਹੈ, ਉਹਨਾਂ ਨੇ ਜਦੋਂ ਕਦਮ ਪੁੱਟ ਲਏ ਨੇ ਗੁਰੂ ਵੱਲ ਨੂੰ, ਫਿਰ ਉਹ ਪਛਾਣ ਨਹੀਂ ਮੁੜੇ, ਅਗਾਂਹ ਤੋਂ ਤਰਾਹ, ਫਿਰ ਉਹ ਅੱਗੇ ਨੂੰ ਤੁਰਦੇ ਨੇ, ਪਛਾਣ ਕਦੀ ਨਹੀਂ ਮੁੜ ਕੇ ਆਉਂਦੇ, ਕਿਉਂਕਿ ਉਹਨਾਂ ਦਾ ਮਨ ਗੁਰੂ ਦੇ ਗਿਆਨ ਦੇ ਨਾਲ ਜੁੜ ਗਿਆ। ਪਰ ਦੁਖਾਂਤ ਸਭ ਤੋਂ ਵੱਡਾ ਇਹ ਹੈ ਕਿ ਅੱਜ ਸਾਡੀ ਕੌਮ ਦੀ ਜੋ ਹਾਲਤ ਹੈ, ਇੱਕ ਕਵੀ ਨੇ ਬੜੀ ਸੋਹਣੀ ਬਿਆਨ ਕੀਤੀ ਹੈ। ਅਸੀਂ ਇਤਿਹਾਸ 'ਚ ਪੜ੍ਹੀਦਾ ਕਈ ਵਾਰੀ ਸਟੇਜਾਂ ਤੋਂ ਵੀ ਪ੍ਰਚਾਰ ਪ੍ਰਸਾਰ ਕੀਤਾ ਹੈ ਕਿ ਅਸੀਂ ਕਹਿ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਨੇ ਇਹ ਗੱਲ ਕਹੀ ਸੀ ਕਿ 1.25 ਲੱਖ ਸੇ ਏਕ ਲੜਾਉ ਤਬੇ ਗੋਬਿੰਦ ਸਿੰਘ, ਤੇ ਹਰਜ ਵੀ ਕੋਈ ਨਹੀਂ ਹੈ। ਚਮਕੌਰ ਦੀ ਗੜੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਸੱਚ ਕਰਕੇ ਦਿਖਾਇਆ। ਕਿਉਂ? ਕਿਉਂਕਿ ਉਹਨਾਂ ਦੀ ਲਿਵ ਕਿਹਦੇ ਨਾਲ ਜੁੜੀ ਸੀ? ਗੁਰੂ ਦੀ ਬਾਣੀ ਦੇ ਨਾਲ। ਉਹਨਾਂ ਦੀ ਲਿਵ ਕਿਹਦੇ ਨਾਲ ਜੁੜੀ ਸੀ?
ਗੁਰੂ ਦੇ ਗਿਆਨ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਨਾਲ। ਪਰ ਅੱਜ ਦੁਖਾਂਤ ਉਹ ਕਵੀ ਨੂੰ ਕਹਿਣਾ ਪੈ ਗਿਆ, ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਕੌਮ ਦੇ ਬਾਰੇ ਤੁਸੀਂ ਕਿਹਾ ਸੀ ਕਿ ਮੈਂ 1.25 ਲੱਖ ਦੇ ਨਾਲ ਲੜਾਊਂਗਾ, ਕਹਿੰਦਾ ਅੱਜ ਉਸ ਕੌਮ ਦੀ ਹਾਲਤ ਆ ਕੇ ਦੇਖ ਲੈ। ਕਹਿੰਦਾ ਤੇਰੀ ਕੌਮ ਦੇ ਬੰਕੇ ਜਵਾਨ ਡਿੱਠੇ, ਕਹਿੰਦਾ ਛੱਕਦੇ ਨੇ ਨਿੱਤ ਕੁਬੇਰ ਬਾਬਾ। ਕਹਿੰਦਾ ਬੋਤਲ ਸ਼ਰਾਬ ਦੀ ਤਾਂ ਰਹੀ ਇੱਕ ਬੰਨੇ, ਹੋਰ ਨਸ਼ਿਆਂ ਦੇ ਲਾਏ ਨੇ ਢੇਰ ਬਾਬਾ। ਕਹਿੰਦੇ ਲੈਂਦੇ ਨੇ ਸਾਹ ਕਿਸ਼ਤਾਂ ਤੇ, ਕਹਿੰਦਾ ਲੈਂਦੇ ਨੇ ਸਾਹ ਕਿਸ਼ਤਾਂ ਤੇ, ਆਪਣੇ ਆਪ ਨੂੰ ਅਖਵਾਉਂਦੇ ਨੇ ਸ਼ੇਰ ਬਾਬਾ। ਕਹਿੰਦੇ ਜਿੱਥੇ ਨਸ਼ਿਆਂ ਭਰੀ ਰਾਤ ਹੋਵੇ, ਕਿੱਦਾਂ ਉਗਣੀ ਹੈ ਸਿੱਖੀ ਦੀ ਸਵੇਰ ਬਾਬਾ। ਕਹਿੰਦੇ ਕਿਵੇਂ ਉੱਥੇ ਸਿੱਖੀ ਦੀ ਸਵੇਰ ਉੱਗੂਗੀ? ਸਿੱਖ ਦੀ ਲਿਵ ਜੁੜਨੀ ਸੀ ਗੁਰੂ ਦੇ ਨਾਲ, ਅੱਜ ਸਿੱਖ ਦੀ ਲਿਵ ਜੁੜ ਚੁੱਕੀ ਹੈ ਨਸ਼ਿਆਂ ਦੇ ਨਾਲ। ਸਿੱਖ ਦੀ ਲਿਵ ਜੁੜਨੀ ਚਾਹੀਦੀ ਸੀ ਗੁਰੂ ਦੀ ਬਾਣੀ ਦੇ ਨਾਲ, ਸਿੱਖ ਦੀ ਅੱਜ ਲਿਵ ਜੁੜ ਚੁੱਕੀ ਹੈ ਪਤਿਤ ਪੁਣੇ ਵੱਲੋਂ। ਦੁਖਾਂਤ ਕਹਿਣਾ ਪੈਂਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੀ ਸ਼ਰਾਬ ਇੱਕ ਦਿਨ ਦੇ ਵਿੱਚ ਵਿਕ ਜਾਂਦੀ ਹੈ। ਕੋਈ ਪੀਣ ਵਾਲਾ ਬਾਹਰੋਂ ਥੋੜੀ ਨਾ ਹੁੰਦਾ ਹੈ। ਜਿਹੜਾ ਗੁਰੂ ਨਾਨਕ ਦਾ ਆਪਣੇ ਆਪ ਨੂੰ ਸਿੱਖ ਖਵਾਉਂਦਾ ਹੈ, ਉਹੀ ਉਹ ਸ਼ਰਾਬ ਦੇ ਵਿੱਚ ਗੁਲਤਾਨ ਹੁੰਦਾ ਹੈ। ਆਪ ਜੀ ਇਸ ਗੱਲ ਨੂੰ ਝਾਤੀ ਮਾਰ ਕੇ ਦੇਖਿਓ ਗੁਰੂ ਪਿਆਰ ਵਾਲਿਓ, ਕੁਛ ਹੀ ਕਿਤੇ ਇੱਕ ਅੱਧਾ ਕੋਈ ਵਿਆਹ ਐਸਾ ਹੋਵੇਗਾ ਜਿਸ ਵਿਆਹ ਦੇ ਵਿੱਚ ਸ਼ਰਾਬ ਦੀ, ਨਸ਼ੇ ਦੀ ਵਰਤੋਂ ਨਹੀਂ ਕੀਤੀ ਜਾਂਦੀ। ਨਹੀਂ ਤਾਂ ਲਗਭਗ ਸਾਡੇ ਧੀਆਂ ਦੇ, ਪੁੱਤਰਾਂ ਦੇ ਵਿਆਹਾਂ ਦੇ ਵਿੱਚ ਸ਼ਰਾਬ ਦੇ ਦੌਰ ਚਲਾਏ ਜਾਂਦੇ ਨੇ। ਫਿਰ ਆਪ ਨੂੰ ਅਸੀਂ ਕਹਿ ਦਿੰਦਾ ਕਿ ਅਸੀਂ ਤਾਂ ਜੀ ਗੁਰੂ ਦੇ ਸਿੱਖ ਹਾਂ। ਤੇ ਜੇ ਗੁਰੂ ਦੇ ਸਿੱਖ ਆ ਤੇ ਗੁਰੂ ਬਾਬਾ ਜੀ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਏ ਵਿੱਚ, ਆਪਣਾ ਪਰਾਇਆ ਨਾ ਪਛਾਣੇ ਖਸਮੋਂ ਤੱਕ। ਗੁਰੂ ਬਾਬਾ ਜੀ ਦਾ ਸਿੱਖ ਅਸੀਂ ਉਦੋਂ ਹੋ ਸਕਦੇ ਜਦੋਂ ਸਾਡੀ ਲਿਵ ਗੁਰੂ ਦੇ ਨਾਲ ਜੁੜ ਗਈ ਹੈ, ਜਦੋਂ ਸਾਡੀ ਸੁਰਤ ਗੁਰੂ ਦੇ ਨਾਲ ਜੁੜ ਗਈ। ਤੇ ਜਦੋਂ ਗੁਰੂ ਦੇ ਨਾਲ ਸਾਡੀ ਸੁਰਤ ਜੁੜ ਗਈ, ਫਿਰ ਇਹੀ ਮੁਖਾਰ ਬਿੰਦੂ ਤੋਂ ਨਿਕਲੇਗਾ, ਅਬ ਹਮ ਚਲੀ ਠਾकुर पे हार, जब हम शरण प्रभु की आए, राख प्रभु पावे मार। फिर कहते लोगन की चतराई उपमा तय बैसंतर जार। कहते कोई भला पहो चाहे बुरा पहो, हम तन दियो है ਧਰ। ਜਿਹਦੀ ਲਿਵ ਗੁਰੂ ਦੇ ਨਾਲ ਜੁੜ ਗਈ, ਫਿਰ ਉਹ ਇਹ ਪਰਵਾਹ ਨਹੀਂ ਕਰਦਾ ਕਿ ਮੈਂ ਆਪਣੇ ਪੁੱਤਰ ਦੇ ਵਿਆਹ ਦੇ ਵਿੱਚ ਸ਼ਰਾਬ ਜੇ ਨਾ ਪਿਆਈ ਤੇ ਰਿਸ਼ਤੇਦਾਰ ਨਾਰਾਜ਼ ਹੋ ਜਾਣਗੇ। ਉਹ ਕਹਿੰਦਾ ਮੇਰਾ ਗੁਰੂ ਨਾਰਾਜ਼ ਨਹੀਂ ਹੋਣਾ ਚਾਹੀਦਾ, ਰਿਸ਼ਤੇਦਾਰ ਬੇਸ਼ੱਕ ਨਾਰਾਜ਼ ਹੋ ਜਾਣ। ਕਿਉਂ? ਲਿਵ ਗੁਰੂ ਦੇ ਨਾਲ ਜੁੜੀ ਹੈ, ਪਿਆਰ ਗੁਰੂ ਦੇ ਨਾਲ ਜੁੜਿਆ ਹੈ। ਤੇ ਜਦੋਂ ਗੁਰੂ ਦੇ ਨਾਲ ਪਿਆਰ ਜੁੜ ਗਿਆ, ਗੁਰੂ ਦੇ ਨਾਲ ਲਿਵ ਜੁੜ ਗਈ, ਤੇ ਫਿਰ ਉਹ ਰਿਸ਼ਤੇਦਾਰਾਂ ਦੀ, ਸਮਾਜ ਦੀ ਪਰਵਾਹ ਨਹੀਂ ਕਰੇਗਾ। ਉਹ ਸਿਰਫ ਇਹ ਕਹੇਗਾ ਕਿ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਨਾ ਹੋਵੇ, ਮੈਨੂੰ ਸਮਾਜ ਦੀ ਪਰਵਾਹ ਨਹੀਂ ਹੈ। ਪਰ ਦੁਖਾਂਤ ਹੀ ਸਭ ਤੋਂ ਵੱਡਾ ਇਹ ਹੈ ਕਿ ਅਸੀਂ ਕਹਿ ਦਿੰਦਾ ਕਿ ਸਮਾਜ ਨਾਰਾਜ਼ ਨਹੀਂ ਹੋਣਾ ਚਾਹੀਦਾ, ਸਾਨੂੰ ਗੁਰੂ ਦੀ ਪਰਵਾਹ ਨਹੀਂ ਹੈ। ਦੁਖਾਂਤ ਹੈ, ਕਹਿਣਾ ਪੈਂਦਾ ਸਾਨੂੰ ਪ੍ਰਚਾਰਕਾਂ ਨੂੰ ਸਟੇਜ ਦੇ ਉੱਪਰੋਂ ਕਿ ਸਾਡੀ ਸੋਚ ਹੀ ਇੱਥੇ ਖੜੀ, ਸੋਚ ਦਾ ਦਾਇਰਾ ਹੀ ਇਹ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਹੀ ਇਹ ਗੱਲ ਕਹਿਣੀ ਪੈ ਗਈ ਪਾਤਸ਼ਾਹ ਮਹਾਰਾਜ ਜੀ ਨੂੰ। ਸਾਹਿਬ ਕਹਿੰਦੇ ਨੇ ਤੁਝ ਬਾਜ ਸਮਰਥ ਕੋ ਨਹੀਂ, ਕਿਰਪਾ ਕਰ ਬਨਵਾਰੀਆ। ਕਹਿੰਦੇ ਹੇ ਵਾਹਿਗੁਰੂ ਜੀ, ਤੁਹਾਡੇ ਤੋਂ ਇਲਾਵਾ ਸਾਡਾ ਹੋਰ ਕੋਈ ਵੀ ਇਸ ਸੰਸਾਰ ਦੇ ਵਿੱਚ ਨਹੀਂ ਹੈ, ਬਸ ਤੁਸੀਂ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਦਿਓ। ਤੁਸੀਂ ਕਿਰਪਾ ਕਰ ਸੇ, ਕਿਰਪਾ ਕਟਾ ਕੇ ਅਵਲੋਕਨ ਕੀ ਨਾ ਦਾਸ ਕਾ ਦੋਖ ਵਿਦਾਰੇ। ਕਿ ਬਈ ਮੇਰੇ ਤੇ ਕਿਰਪਾ ਕਰ ਦਿਓ, ਮੇਰੇ ਦਾਸ ਨੂੰ, ਮੈਨੂੰ ਇਹੀ ਸਭ ਤੋਂ ਵੱਡਾ ਦੁੱਖ ਲੱਗਾ ਹੋਇਆ ਹੈ ਕਿ ਮੇਰੀ ਤੁਹਾਡੇ ਨਾਲ ਲਿਵ ਟੁੱਟ ਚੁੱਕੀ ਹੈ, ਮੇਰੀ ਤੁਹਾਡੇ ਦੇ ਨਾਲ ਲਿਵ ਦੂਰ ਹੋ ਚੁੱਕੀ, ਬਸ ਇਹੀ ਸਭ ਤੋਂ ਵੱਡਾ ਦੁੱਖ ਹੈ। ਤੇ ਜਦੋਂ ਲਿਵ ਟੁੱਟ ਜਾਵੇ ਨਾ, ਆਪ ਜੀ ਇੱਕ ਚੀਜ਼ ਨੂੰ ਸਮਝ ਕੇ ਦੇਖਿਓ, ਜ਼ਮੀਨ ਦੇ ਵਿੱਚ ਕੋਈ ਪੌਦਾ ਲੱਗਾ ਹੋਇਆ ਹੈ ਨਾ, ਜੇ ਉਹਦੀ ਜੜ ਜ਼ਮੀਨ ਦੇ ਵਿੱਚ ਗੱਡੀ ਰਹਿ ਜਾਵੇ, ਉਹ ਪੌਦਾ ਕਦੀ ਸੁੱਕਦਾ ਨਹੀਂ ਹੈ, ਉਹ ਹਰਿਆ ਫਲਦਾਰ ਰਹਿੰਦਾ ਹੈ। ਤੇ ਜਦੋਂ ਪੌਦੇ ਦੀ ਜੜ ਜ਼ਮੀਨ ਦੇ ਨਾਲ ਟੁੱਟ ਦਿੱਤੀ ਜਾਵੇ, ਤੇ ਉਹ ਪੌਦਾ ਬਹੁਤਾ ਚਿਰ ਹਰਿਆ ਨਹੀਂ ਰਹਿੰਦਾ, ਉਹ ਖਤਮ ਹੋ ਜਾਂਦਾ। ਚਾਣਕਿਆ ਨੇ ਇੱਕ ਗੱਲ ਬੜੀ ਸੋਹਣੀ ਲਿਖੀ ਸੀ, ਕਹਿੰਦੇ ਕਿ ਚਾਣਕਿਆ ਜਦੋਂ ਇੱਕ ਵਕਤ ਜਾ ਰਿਹਾ ਸੀ, ਉਹਦਾ ਪਰਨਾ ਬੇਰੀ ਦੇ ਨਾਲ ਟਕਰਾਇਆ ਤੇ ਪਰਨਾ ਸਿਰ ਤੋਂ ਉਤਰ ਗਿਆ। ਉਹਦੇ ਨਾਲ ਉਹਦੇ ਚੇਲੇ ਸਨ ਤੇ ਉਹ ਕਹਿਣ ਲੱਗ ਪਏ ਕਿ ਚਾਣਕਿਆ ਜੀ, ਅਗਰ ਤੁਸੀਂ ਕਹੋ ਇਸ ਬੇਰੀ ਨੂੰ ਹੁਣੇ ਵੱਢ ਦੇਈਏ। ਚਾਣਕਿਆ ਕਹਿੰਦਾ ਨਹੀਂ, ਆਂਦਾ ਇਹ ਕੰਮ ਨਹੀਂ ਕਰਨਾ। ਕੀ ਕੀਤਾ ਚਾਣਕਿਆ ਨੇ? ਕੁਝ ਕੁ ਸਮੇਂ ਬਾਅਦ ਉਸ ਬੇਰੀ ਦੀ ਜੜ ਦੇ ਵਿੱਚ ਮਿੱਠਾ, ਖੰਡ, ਸ਼ੱਕਰ ਪਾ ਦਿੱਤੀ ਤੇ ਥੋੜਾ ਜਿਹਾ ਪਾਣੀ ਪਾ ਦਿੱਤਾ।
ਜਦੋਂ ਉਸ ਦੀ ਜੜ੍ਹਾਂ ਦੇ ਵਿੱਚ ਖੰਡ ਤੇ ਸ਼ੱਕਰ ਪਾ ਦਿੱਤੀ, ਪਾਣੀ ਪਾ ਦਿੱਤਾ, ਉਹਦੇ ਵਿੱਚ ਮਿੱਠਾ ਘੋਲ ਦਿੱਤਾ ਗਿਆ, ਕੀ ਹੋਇਆ ਕਿ ਉਸ ਬੇਰੀ ਦੀਆਂ ਜੜ੍ਹਾਂ ਦੇ ਵਿੱਚ ਕੀੜੇ ਲਾ ਦਿੱਤੇ ਗਏ। ਕੀੜਿਆਂ ਨੇ ਉਸ ਬੇਰੀ ਨੂੰ ਅੰਦਰੋਂ ਅੰਦਰੀ ਖਾਣਾ ਚਾਲੂ ਕਰ ਦਿੱਤਾ। ਜਦੋਂ ਉਹਦੀਆਂ ਪੂਰੀਆਂ ਜੜ੍ਹਾਂ ਖਾਧੀਆਂ ਗਈਆਂ ਤੇ ਇੱਕ ਦਿਨ ਹਨੇਰੀ ਆਈ, ਹਵਾ ਦਾ ਬੁੱਲਾ ਆਇਆ, ਉਹ ਬੇਰੀ ਜਿਹੜੀ ਸੀ ਉਹ ਜੜੋਂ ਪੁੱਟੀ ਗਈ ਤੇ ਜ਼ਮੀਨ ਤੇ ਡਿੱਗ ਪਈ। ਚਾਣਕਿਆ ਨੇ ਉਸ ਵਕਤ ਆਪਣੇ ਜਿਹੜੇ ਚੇਲੇ ਸਨ ਉਹਨਾਂ ਨੂੰ ਇਹ ਗੱਲ ਕਹੀ ਹੈ, ਕਹਿੰਦਾ ਦੁਸ਼ਮਣ ਨੂੰ ਜੇ ਮਾਰਨਾ ਹੋਵੇ, ਦੁਸ਼ਮਣ ਤਗੜਾ ਹੋਵੇ, ਬਦਨਾਮੀ ਮਿਲਦੀ ਹੋਵੇ, ਉਸ ਵਕਤ ਨੀਤੀ ਕੋਈ ਅਪਣਾ ਲਵੋ। ਜਿਵੇਂ ਇਹ ਬੇਰੀ ਨੂੰ ਮੈਂ ਜੜੋਂ ਖਤਮ ਕਰ ਦਿੱਤਾ ਹੈ, ਮੇਰਾ ਨਾਮ ਤੱਕ ਨਹੀਂ ਆ ਸਕਿਆ ਕਿ ਚਾਣਕਿਆ ਨੇ ਇਹ ਬੇਰੀ ਵੱਢੀ ਹੈ। ਜੇ ਤੁਸੀਂ ਇਸ ਬੇਰੀ ਨੂੰ ਵੱਢ ਦਿੰਦੇ, ਲੋਕਾਂ ਨੇ ਕਹਿਣਾ ਸੀ ਕਿ ਸਿਰ ਚਾਣਕੇ ਦਾ ਪਰਨਾ ਉਹਦੇ ਵਿੱਚ ਅੜਿਆ ਸੀ, ਉਹਨੇ ਬੇਰੀ ਵਢਾ ਦਿੱਤੀ ਹੈ। ਕਹਿੰਦਾ ਇਹ ਨੀਤੀ ਅਪਣਾ ਲਵੋ ਜੇ ਦੁਸ਼ਮਣ ਨੂੰ ਖਤਮ ਕਰਨਾ। ਤੇ ਜਦੋਂ ਮੈਂ ਆਪਣੀ ਕੌਮ ਵੱਲ ਝਾਤੀ ਮਾਰਦਾ ਹੈ ਨਾ, ਮੈਨੂੰ ਉਹ ਚਾਣਕਿਆ ਨੀਤੀ ਚੇਤੇ ਆ ਜਾਂਦੀ ਹੈ। ਅੱਜ ਸਾਡੀ ਕੌਮ ਦੀਆਂ ਜੜ੍ਹਾਂ ਦੇ ਵਿੱਚ ਨਸ਼ੇ ਪਾ ਦਿੱਤੇ ਗਏ। ਅੱਜ ਸਾਡੀ ਕੌਮ ਦੀਆਂ ਜੜ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲੋਂ ਤੋੜਨ ਦੀ ਪੂਰੀ ਸਾਜ਼ਿਸ਼, ਪੂਰੀ ਸੋਚ ਉਹਨਾਂ ਨੇ ਕਾਇਮ ਕਰ ਦਿੱਤੀ ਹੈ। ਤੇ ਜਦੋਂ ਸਾਡੀ ਕੌਮ ਦੇ ਨੌਜਵਾਨ 90% ਨਸ਼ਿਆਂ ਦੇ ਵਿੱਚ ਗੁਲਤਾਨ ਹੋ ਜਾਣਗੇ ਕਿ ਉਹ ਅਗਲੀ ਪੀੜ੍ਹੀ ਨੂੰ ਕੀ ਸੇਧ ਦੇਣਗੇ। ਉਹ ਆਪਣੀ ਚਾਣਕਿਆ ਨੀਤੀ ਦੇ ਵਿੱਚ ਕਾਮਯਾਬ ਹੋ ਚੁੱਕੇ ਨੇ ਤੇ ਸਿੱਖ ਉਹਦੀ ਨੀਤੀ ਦੇ ਵਿੱਚ ਗਲਤਾਨ ਹੋ ਰਿਹਾ ਹੈ ਤੇ ਆਪਣੇ ਗੁਰੂ ਤੋਂ ਪਿੱਠ ਫੇਰ ਰਿਹਾ ਹੈ, ਗੁਰੂ ਤੋਂ ਆਪਣੇ ਤੋਂ ਦੂਰ ਹੋ ਰਿਹਾ ਹੈ। ਤੇ ਪਾਤਸ਼ਾਹ ਮਹਾਰਾਜ ਜੀ ਇਹੀ ਬਖਸ਼ਿਸ਼ ਰਹਿਮਤ ਕਰਦੇ ਨੇ ਕਿ ਹੇ ਗੁਰੂ ਜੀ, ਸਿਰਫ ਸਾਡੀ ਤੇ ਤੁਹਾਡੇ ਅੱਗੇ ਇਹੀ ਅਰਦਾਸ ਬੇਨਤੀ ਜੋਦੜੀ ਹੈ ਕਿ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਜਿਵੇਂ ਭੱਟ ਸਾਹਿਬਾਨ ਕਹਿੰਦੇ ਨੇ ਕਿ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ, ਕਿ ਸਾਨੂੰ ਹੇ ਗੁਰੂ ਬਾਬਾ ਜੀ ਆਪਣੀ ਚਰਨਾਂ ਦੇ ਨਾਲ ਜੋੜ ਕੇ ਰੱਖ ਲਵੋ। ਸਾਹਿਬ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰ ਬਨਵਾਰੀਆ, ਕਿ ਮੇਰੇ ਤੇ ਇਹ ਕਿਰਪਾ ਰਹਿਮਤ ਕਰਦੇ ਗੁਰੂ ਬਾਬਾ ਜੀ, ਜਿਹਦੇ ਨਾਲ ਮੈਂ ਤੇਰੀ ਲਿਵ ਦੇ ਨਾਲ ਜੁੜ ਜਾਵਾਂ। ਫਿਰ ਜਦੋਂ ਤੇਰੇ ਨਾਲ ਲਿਵ ਜੁੜ ਗਈ, ਫਿਰ ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ ਕਨਿਕ ਕਟਿਕ ਜਲ ਤਰੰਗ ਜੈਸਾ। ਸਿਰ ਵਾਹਿਗੁਰੂ ਜੀ ਤੇਰੇ ਚ ਤੇ ਮੇਰੇ ਚ, ਮੇਰੇ ਚ ਤੇ ਤੇਰੇ ਵਿੱਚ ਸਿਰਫ ਫਰਕ ਇੰਨਾ ਕੁ ਰਹਿ ਜਾਵੇਗਾ ਜਿੰਨਾ ਕੁ ਜਲ ਦਾ ਤੇ ਜਲ ਦੇ ਵਿੱਚ ਉੱਠਣ ਵਾਲੀਆਂ ਉਹਨਾਂ ਲਹਿਰਾਂ ਦਾ। ਜਦੋਂ ਲਿਵ ਗੁਰੂ ਦੇ ਨਾਲ ਜੁੜ ਗਈ ਤੇ ਫਿਰ ਸਾਹਿਬ ਕਹਿੰਦੇ ਅਬ ਤੋ ਜਾਏ ਝੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਕੋਈ ਪਛਾਣ ਹੀ ਨਹੀਂ ਸਕਦਾ ਕਬੀਰ ਕੌਣ ਹੈ ਤੇ ਰਾਮ ਕੌਣ ਹੈ। ਇਹ ਉਦੋਂ ਹੀ ਹੋਵੇਗਾ ਜਦੋਂ ਗੁਰੂ ਦੇ ਨਾਲ ਸਾਡੀ ਲਿਵ ਜੁੜ ਜਾਵੇਗੀ, ਜਦੋਂ ਗੁਰੂ ਦੇ ਨਾਲ ਅਸੀਂ ਇੱਕ ਮਿੱਕ ਹੋ ਜਾਵਾਂਗੇ। ਪਾਤਸ਼ਾਹ ਮਹਾਰਾਜ ਜੀ ਇਹੀ ਬਖਸ਼ਿਸ਼ ਰਹਿਮਤ ਕਰਦੇ ਕਹਿੰਦੇ ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿੰਦੇ ਕਿ ਇਸ ਨਾਉ ਕਿ ਇਸ ਜਗ੍ਹਾ ਤੋਂ ਇਲਾਵਾ, ਇਸ ਦਰ ਤੋਂ ਇਲਾਵਾ ਹੇ ਵਾਹਿਗੁਰੂ ਜੀ ਸਾਡਾ ਕੋਈ ਹੋਰ ਟਿਕਾਣਾ ਹੈ ਹੀ ਨਹੀਂ। ਕਾਸ਼ ਕਿਤੇ ਇਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਇਹ ਪਾਵਨ ਪੌੜੀ ਦੀ ਵਿਚਾਰ ਸਾਡੀ ਕੌਮ ਨੂੰ ਸਮਝ ਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਸ਼ਬਦ ਤੋਂ ਇਲਾਵਾ ਸਿੱਖ ਕੌਮ ਦਾ ਹੋਰ ਕੋਈ ਵਾਲੀ ਵਾਰਿਸ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਤੋਂ ਇਲਾਵਾ ਮਤਾ ਕਿਤੇ ਇਹ ਸਿੱਖ ਦੇ ਮਨ ਦੇ ਵਿੱਚ ਖਿਆਲ ਵੀ ਆ ਜਾਵੇ ਕਿ ਮੇਰੀ ਕੌਮ ਦਾ, ਮੇਰਾ ਆਪਣਾ ਭਲਾ ਕੋਈ ਹੋਰ ਵੀ ਕਰਨ ਵਾਲਾ ਹੈ। ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਹੀ ਸਾਡਾ ਭਲਾ ਕਰ ਸਕਦੀ ਹੈ, ਜਿਹਦੇ ਬਾਰੇ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਇਹੀ ਬਖਸ਼ਿਸ਼ ਕੀਤੀ। ਸਾਹਿਬ ਕਹਿੰਦੇ ਨੇ ਕਿ ਭਲਿਆ ਗੁਰੂ ਦੇ ਕੋਲ ਆਇਆ, ਗੁਰੂ ਦੇ ਕੋਲ ਆਣ ਕੇ ਗੁਰੂ ਦੀ ਬਾਣੀ ਦੇ ਨਾਲ ਆਪਣੇ ਹਿਰਦੇ ਨੂੰ ਸ਼ੁੱਧ ਕਰ ਲੈ। ਤੇ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਹੀ ਉਪਦੇਸ਼ ਕਰਦੇ ਹੋਏ ਇਹ ਗੱਲ ਕਹਿਤੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸੱਚੀ ਬਾਣੀ। ਕਿਹੜੀ ਬਾਣੀ ਗਾਉਣੀ ਹੈ? ਸੱਚੀ ਬਾਣੀ ਗਾਉਣੀ ਹੈ। ਤੇ ਉਹ ਸੱਚੀ ਬਾਣੀ ਦੇ ਨਾਲ ਹੀ ਜੁੜ ਕੇ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਪ੍ਰਵਾਨ ਕਰ ਸਕਦੇ ਹਾਂ। ਮੇਰੇ ਪਾਤਸ਼ਾਹ ਮਹਾਰਾਜ ਜੀ ਇਹੀ ਬਖਸ਼ਿਸ਼ ਰਹਿਮਤ ਕਰ ਸਕਣ ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰਿਆ। ਕਹਿੰਦੇ ਕਿ ਸ਼ਬਦ ਤੇ ਜਦੋਂ ਹਿਰਦੇ ਦੇ ਵਿੱਚ ਲੱਗ ਗਿਆ ਨਾ, ਤੇ ਜਿਹੜੀ ਦੇਹ ਨਿਮਾਣੀ ਸੀ, ਜਿਹਦੇ ਅੰਦਰ ਲਿਵ ਨਹੀਂ ਸੀ ਜੁੜੀ, ਉਹ ਵੀ ਸਵਾਰੀ ਗਈ। ਸਵਾਰੀ ਗਈ ਦਾ ਮਤਲਬ ਹੈ ਉਹਦੇ ਅੰਦਰ ਵੀ ਚੰਗੇ ਗੁਣ ਆਉਣ ਲੱਗ ਪਏ। ਆਪ ਜੀ ਦੇਖਿਓ ਕਿਤੇ ਜਦੋਂ ਅਸੀਂ ਕਿਸੇ ਅਣਜਾਣ ਘਰ ਦੇ ਵਿੱਚ ਨਵਾਂ ਘਰ ਖਰੀਦੀਏ ਨਾ, ਉਹ ਘਰ ਦੇ ਵਿੱਚ ਕੋਈ ਵੀ ਸਮਾਨ ਆਪਣੀ ਆਪਣੀ ਜਗ੍ਹਾ ਤੇ ਨਹੀਂ ਹੁੰਦਾ।
ਕੀ ਕਾਰਨ ਹੈ ਕਿ ਉਸ ਘਰ ਦਾ ਮਾਲਿਕ ਨਹੀਂ ਸੀ। ਜਦੋਂ ਮਾਲਕ ਹੋਵੇ ਘਰ ਦਾ, ਉਹ ਹਰ ਇੱਕ ਚੀਜ਼ ਨੂੰ ਡਿਸਿਪਲਿਨ ਦੇ ਵਿੱਚ, ਹਰ ਇੱਕ ਚੀਜ਼ ਨੂੰ ਇੱਕ ਲਾਈਨ ਦੇ ਵਿੱਚ, ਹਰ ਇੱਕ ਚੀਜ਼ ਨੂੰ ਵਰਤੋਂ ਦੇ ਵਿੱਚ